बोली श्री सतगुरुदेव महाराज की जय। महाराज जी, एक प्रश्न है। महाराज जी, सुना है कि विवेक होने पर ही हम सारे जगत ਨੂੰ ਇੱਕ ਸਮਝ ਸਕਦੇ ਹਾਂ। तो महाराज जी, सारे जगत ਨੂੰ ਇੱਕ किस तरह समझ सकते हैं? बहुत मुश्किल है। अगर समझ सकते हैं तो प्लीज़ महाराज जी आप जी कृपा करें और अपने मुखारबिंद तो सारी संगत ਨੂੰ प्रवचन के द्वारा निहाल करें कि ਸਾਰੇ ਸੰਸਾਰ ਨੂੰ ਅਸੀਂ ਕਿਸ ਤਰ੍ਹਾਂ ਇੱਕ ਸਮਝ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। जीव ईश्वर और जगत, इन तीनों का अधिष्ठान एक, ठीक है जी। अधिष्ठान एक है, मतलब एक जीव ईश्वर जगत ਇਹਨਾਂ ਦਾ ਅਧਿਸ਼ਠਾਨ ਦੀ ਮੁੱਖ ਸਮਾਨ ਅਧਿਕਰਨਤਾ ਹੋ ਗਿਆ। अच्छा ਮਤਲਬ ਮੁੱਖ ਰੂਪ ਦੇ ਵਿੱਚ ਇਹਨਾਂ ਦਾ ਅਧਿਸ਼ਠਾਨ ਇੱਕੋ ਹੀ ਹੈ जी। ਔਰ ਜੀਵ ਈਸ਼ਵਰ ਔਰ ਜਗਤ ਨੂੰ ਇੱਕ ਕਰਨਾ ਹੋਵੇ ਤਾਂ जीव ईश्वर तो उपाधियाँ छोड़ के, ਉਪਾਧੀਆਂ ਛੋੜ ਦਿਓ, हाँ जी, ਉਪਾਧੀਆਂ ਹਟਾ ਦਿਓ ਤੇ ਸਾਰੇ ਇੱਕੋ ਹੀ। ਘੱਟ ਮੱਠ ਦੀ ਉਪਾਧੀ ਨੂੰ ਤੋੜ ਦਿਓ, तो महाकाशी। ਹੈ ਤਾਂ ਮਿੱਟੀ अच्छा ਹੈ, अच्छा। ਉਹ ਵੀ ਮਿੱਟੀ ਹੈ, ਮਤਲਬ ਉਹ ਅਧਿਅਸਤ ਹੈ, ਕਲਪਿਤ ਹੈ, ਤੇ ਮਤਲਬ ਉਹ ਅਧਿਸ਼ਠਾਨ ਰੂਪੀ ਹੋ ਗਿਆ ਬਸ। ਜਿਵੇਂ ਕਹਿੰਦੇ ਇੱਕ ਕਰਮਚਾਰੀ ਹੈ, ਇੱਕ ਰਾਜਾ ਹੈ, ਇੱਕ ਵਜ਼ੀਰ ਹੈ। ਹੁਣ ਰਾਜਾ ਦੀ ਉਪਾਧੀ ਆਪਣੀ ਜਗ੍ਹਾ ਤੇ ਹੈ, ਉਹਦਾ ਵਜ਼ੀਰ ਆਪਣੀ ਜਗ੍ਹਾ ਤੇ ਕੰਮ ਕਰਦਾ, ਕਰਮਚਾਰੀ ਆਪਣੀ ਜਗ੍ਹਾ ਤੇ ਅਲੱਗ ਕੰਮ ਕਰਦਾ। ਹੁਣ ਬਿਨਾਂ ਇੱਕੋ ਹੀ ਮਿੱਟੀ ਦੇ ਨੇ, ਮੁੱਖ ਸਮਾਨ ਅਧਿਕਰਨ ਹੋ ਗਿਆ ਨਾ। ਮਿੱਟੀ ਤਾਂ ਉਹਨਾਂ ਦੀ ਸਾਰਿਆਂ ਦੀ ਇੱਕੋ ਹੀ ਹੈ जी। ਹੁਣ ਉਹਨਾਂ ਦੀ ਉਪਾਧੀ ਨੂੰ ਹਟਾ ਦਿਓ, ਕੱਪੜੇ ਬਦਲ ਦਿਓ ਸਾਰਿਆਂ ਦੇ, ਤੇ ਮਨੁੱਖ ਵੱਲ ਦੇਖੋਗੇ ਤਾਂ ਮਨੁੱਖ ਇੱਕੋ ਹੀ ਹੈ ਜੀ। ਮਨੁੱਖ ਦੇ ਹਿਸਾਬ ਨਾਲ ਵੀ ਇੱਕੋ ਹੀ ਹੈ। तो मर्जी ਉਪਾਧੀ इन ਕਰਕੇ ਉਹ ਰਾਜਾ ਤੇ छोटे बड़े ने जी। ਈਸ਼ਵਰ ਔਰ ਭਿਖਾਰੀ ਬਣਿਆ ਬੈਠਾ ਹੈ। तो मर्जी राजा ईश्वर राजा भिखारी जो आपने तीन बताए, तो इनका अधिष्ठान क्या हुआ? ਇਹਨਾਂ ਦਾ ਮਤਲਬ ਮਨੁੱਖ मनुष्य ਤਾਂ ਹੀ ਮਨੁੱਖ ਹੀ ਹੈ ਨਾ। पंच तत्व नहीं कह सकते। ਪੰਜ ਤੱਤ ਕਹਿ ਦੋ ਵੈਸੇ ਤਾਂ मनुष्य बना तो तेरा ਮਨੁੱਖ ਤਾਂ ਦੇਖਾਂਗੇ ਤਾਂ ਇੱਕੋ ਹੀ ਹੈ। अच्छा जी। ਉਪਾਧੀ ਕਰਕੇ ਫੇਰ ਉਪਾਧੀ ਕਰਕੇ ਉਹਨਾਂ ਨੂੰ ਇੱਕ ਨਹੀਂ ਕਰ ਸਕਦਾ। ਜੀਵ ਈਸ਼ਵਰ ਜਗਤ ਨੂੰ ਕਹੀਏ ਉਪਾਧੀ ਕਰਕੇ ਇੱਕ ਨੇ ਤਾਂ ਨਹੀਂ ਹੋ ਸਕਦਾ। ਜੀਵ ਦਾ ਕੰਮ ਜੀਵ ਕੋਲ ਹੈ, ਈਸ਼ਵਰ ਦਾ ਈਸ਼ਵਰ ਕੋਲ ਹੈ, ਉਹਦੀ ਸ਼ਕਤੀ ਆਪਣੀ, ਉਹਦੀ ਆਪਣੀ। ਲੇਕਿਨ ਇਹਨਾਂ ਦੀ ਉਪਾਧੀ ਨੂੰ ਹਟਾ ਦਈਏ ਤਾਂ ਫਿਰ तो ਅਧਿਸ਼ਠਾਨ ਦੇ ਵਿੱਚ राजा और भिखारी, इन्हां दी उपाधि, इन्हां दी ड्रेस है। ਉਪਾਧੀ ਡਰੈਸ ਫਰਕ ਨਹੀਂ ਆਉਣਾ। ਤੇਰੇ ਅੱਛਾ ਕੁੜੀ ਵਾਲੇ ਨੇ हम्म ਸਾਰਿਆਂ ਦੇ ਬੈਚ ਅਲੱਗ ਅਲੱਗ ਲੱਗੇ ਹੁੰਦੇ। जी। ਤੇ ਬੰਦੇ ਜੇ ਉਪਾਧੀਆਂ ਹਟਾ ਦੋ, तो ਲੈ same ਉਹਨਾਂ है। ਦੀਆਂ ਸਾਰੀਆਂ ਡਿਗਰੀਆਂ ਖਿੱਚ ਕੇ, ਤੇ ਜੀ। ਬੰਦੇ ਤਾਂ ਬੰਦੇ ਹੀ ਨੇ ਨਾ, ਇਹਨਾਂ ਦੀ ਕੋਈ ਗੱਲ। ਮਨੁੱਖ ਤਾਂ ਮਨੁੱਖ ਹੀ ਰਹਿ ਜਾਣ। ਉਪਾਧੀਆਂ ਕਰਕੇ ਘੱਟ ਮੱਠ ਹੈ, ਘੱਟ ਮੱਠ ਛੱਡ ਦੋਗੇ ਫਿਰ ਇਹਦਾ ਅਧਿਸ਼ਠਾਨ ਦੇਖਾਂਗੇ ਤਾਂ ਮਿੱਟੀ 'ਚ ਇੱਕ, ਕਿਉਂਕਿ ਕਲਪਿਤ ਨੇ। ਜੀਵ ਜਗਤ ਈਸ਼ਵਰ ਵੀ ਕਲਪਿਤ ਹੈ, ਇਸ ਕਰਕੇ ਬ੍ਰਹਮ ਰੂਪ ਹੀ ਨੇ ਸਾਰੇ। ਉਪਾਧੀ ਸਮੇਤ ਇਹਨੂੰ ਬ੍ਰਹਮ ਰੂਪ ਸਮਝ ਲਓ ਤੇ ਕੀ ਦਿੱਕਤ? ਤੋੜ ਕੇ ਸਮਝੋ ਤਾਂ ਠੀਕ ਹੈ, ਇੱਦਾਂ ਸਮਝ ਲਓ। ਜਿਹਨੇ ਉੱਦਾਂ ਸਮਝ ਲਿਆ ਉਹਨੂੰ ਖੜੇ ਵੀ ਕੀ ਕਹਿੰਦੇ ਨੇ। जी। हाँ, फिर जब तक बने नहीं, जब तक कम लो, टूट जाएंगे तो टूट जा, टूटने तो ही नहीं। फिर कोई दोष नहीं, कोई दुख नहीं। ना समझी च दुख है, समझदारी च दुख कोई नहीं। तो मर्जी ऐसे आप कह रहे कि उनको खड़े खड़े देखना, ऐसे देखते रहो, कोई जरूरी नहीं है कि तोड़ के देखना। अधीशान ਨੂੰ ਸਮਝ ਲਿਆ ਤੇ ਫਿਰ ਤੋੜਨ ਦੀ ਕੀ ਲੋੜ? तो मर्जी इसके लिए हमको विवेक या ब्रॉड माइंडेड होना है। ਵਿਵੇਕ ਚਾਹੀਦਾ। ਬ੍ਰੌਡ ਮਾਈਂਡਡ ਦਾ ਬਾਅਦ ਵਿੱਚ ਹੁੰਦਾ। जब विवेक जागृत हो गया तो ब्रॉड माइंड आपे हो जाए, सारे जगत में ही पंच तत्व रूप समझ लेगा, सारे ब्रह्मांड ब्रॉड माइंड आपे हो गया। फिर की करोना तो की जेडे मरे मरे कादे मरे, मरना तो है ही नहीं, यदि की टेंशन। एक लीला चल रही है, जी चल रही है, मरे को मर रहे, इनका नंबर लग गया उन्हें मरना। नोट है समान अधिकरण मुख्य समान, एक मुख्य समान अधिकरण, एक बाल समान अधिकरण। हाँ, बाल समान अधिकरण भी है। शास्त्र कहते जीव ਦਾ ਜਿਹੜਾ ਸਾਖੀ ਹੈ ਉਹਨੂੰ ਕਹਿੰਦੇ ਕੁਟਸਥ। ਜੀ। ਈਸ਼ਵਰ ਦੇ ਸਾਖੀ ਨੂੰ ਕੀ ਕਹਿੰਦੇ? ਈਸ਼ਵਰ ਦੇ ਸਾਖੀ ਨੂੰ ਕੁਟਸਥ।
ਜੀਵ ਦੇ ਸਾਖੀ जीव दा साक्षी दृष्टा, वो भी कुटस्थ ही हुआ महाराज जी। जीव दा साक्षी भी तो कुटस्थ ही है। ਸਾਖੀ ਕੀ ਹੁੰਦਾ? ਜੀਵ ਦੱਸ ਈਸ਼ਵਰ ਸਾਖੀ। ईश्वर साक्षी, ਈਸ਼ਵਰ ਸਾਖੀ ਨੂੰ ਬ੍ਰਹਮ ਕਹਿੰਦੇ। अच्छा जी। ਹੁਣ ਜੀਵ ਐਡਾ ਗਾ ਹੈ, ਈਸ਼ਵਰ ਦੀ ਵਾਧੀ ਵੱਡੀ ਹੈ। ਉਹਦਾ ਜਿਹੜਾ ਸਾਖੀ ਅਧਿਸ਼ਠਾਨ ਹੈ ਉਹਨੂੰ ਬ੍ਰਹਮ ਕਹਿੰਦੇ ਨੇ। ਜੀਵ ਦਾ ਜਿਹੜਾ ਸਾਖੀ ਅਧਿਸ਼ਠਾਨ ਹੈ ਇੰਨਾ ਕੁ ਹੁੰਦਾ ਹੈ, वो ईश्वर। ਜਿਵੇਂ ਘਟਾ ਆਕਾਸ਼, ਜਿਹੜਾ ਘਟ ਦੀ ਉਪਾਧੀ ਵਾਲਾ ਆਕਾਸ਼ ਇੰਨਾ ਕੁ ਹੋਏਗਾ, ਮਠ ਦੀ ਵਾਲਾ ਇੰਨਾ ਹੋਏਗਾ। ਉਹ ਜੀਵ ਦੇ ਜਿਹੜਾ ਸਾਖੀ ਉਹਨੂੰ ਕੁਟਸਥ ਕਹਿੰਦੇ ਨੇ ਭਾਸ਼ਾ ਸ਼ਾਸਤਰਾਂ ਦੀ। ਈਸ਼ਵਰ ਸਾਖੀ ਨੂੰ ਬ੍ਰਹਮ ਕਹਿ ਦਿੰਦੇ ਨੇ। ਹੁਣ ਕੁਟਸਥ ਦੇ ਬ੍ਰਹਮ ਦੀ ਮੁੱਖ ਸਮਾਨ ਅਧਿਕਰਨ ਹੈ। कुटस्थ और ब्रह्म दी, जीव और ईश्वर दे साक्षी दी। ਜੀਵ ਔਰ ਈਸ਼ਵਰ ਜਿਹੜਾ ਇਹਨੂੰ ਬਾਅਦ ਕਰਕੇ ਸਮਾਨ ਅਧਿਕਰਨ ਕਰਨਾ ਪਏਗਾ। अच्छा जी। ਇਹਨਾਂ ਦਾ ਜਿਹੜਾ ਸਾਖੀ ਹੈ ਕੁਟਸਥ ਔਰ ਬ੍ਰਹਮ, ਇਹ ਦੋਨਾਂ ਦੇ ਮੁੱਖ ਸਮਾਨ ਅਧਿਕਰਨ ਦਾ, ਉਹ ਦੋਨੋਂ ਇੱਕੋ ਹੀ ਨੇ। ਉਪਾਧੀ ਕਰਕੇ ਉਹਦਾ ਨਾਮ ਫਰਕ ਹੈ, ਉਹ ਕੁਟਸਥ ਔਰ ਬ੍ਰਹਮ कहता। महाराज जी एक मिनट, आप जी ने कहा कि जीव दा साक्षी है ईश्वर, ਜੀਵ ਸਾਖੀ ਨੂੰ ਕਹਿੰਦੇ ਈਸ਼ਵਰ ਨੇ ਹੈ। ਕੁਟਸਥ। कुटस्थ। अच्छा, ਕੁਟਾਸਤ ਮਹਾਰਾਜ ਈਸ਼ਵਰ ਹੁੰਦਾ। ਕੁਟਸਥ ਮਤਲਬ ਅਧਿਸ਼ਠਾਨ ਨੂੰ ਹੀ ਲੈਂਦੇ। जेड़ा विचलित ही नहीं हुंदा। ਹੂੰ। और महाराज जी ईश्वर का ਉਹ ਆਪਾਂ ਕੋ ਦ੍ਰਿਸ਼ਟਾ ਕਹਿੰਦੇ ਸਾਖੀ ਤੇ ਕਹਿੰਦੇ। ਬ੍ਰਹਮ ਵੀ ਕਹਿ ਸਕਦੇ ਨੇ। ਬ੍ਰਹਮ ਤਾਂ ਈਸ਼ਵਰ ਸਾਖੀ ਨੂੰ ਬ੍ਰਹਮ ਕਹਤਾ। ਹਾਂਜੀ, ਪਰ ਜੀਵ ਸਾਖੀ ਮਹਾਰਾਜ ਜੀ ਇਹਨੂੰ ਕੁਟਸਥ ਲਿਖਦੇ ਨੇ ਸ਼ਾਸਤਰਾਂ ਦੀ ਭਾਸ਼ਾ 'ਚ। ਕੁਟਾਸਤ ਫਿਰ ਹੁੰਦਾ ਕੀ ਹੈ ਮਹਾਰਾਜ ਜੀ? ਕੁਟਸਥ ਜਿਹੜਾ ਹਿਲਦਾ ਹੀ ਨਹੀਂ, ਬਦਲਦਾ ਹੀ ਨਹੀਂ। ਬ੍ਰਹਮ ਹੋ ਸਾਖੀ ਕਹਿ ਦੋ, ਹੈ ਤਾਂ ਬ੍ਰਹਮ ਹੀ। ਬ੍ਰਹਮ ਤੇ ਜੀਵ ਦੀ ਅਧਿਸ਼ਠਾਨ ਨੂੰ ਇੱਕ ਦਿਖਾਣਾ ਹੋਵੇ ਤਾਂ ਹੁਣ ਘਟ ਦੀ ਉਪਾਧੀ ਵਾਲਾ ਆਕਾਸ਼ ਤੇ ਮਠ ਦੀ ਉਪਾਧੀ ਵਾਲਾ ਆਕਾਸ਼। ਹੁਣ ਇਹਨੂੰ ਜਿਹਨੇ ਆਕਾਸ਼ ਨੇ ਘੇਰਿਆ ਵਾ ਬਾਹਰਲੇ ਪਾਸਿਓਂ, ਉਹ ਤੇ ਘੜਾ ਇੰਨਾ ਕਹੋ, ਇਹਦਾ ਨਾਂ ਛੋਟਾ ਰੱਖਤਾ, ਉਹਦਾ ਨਾਂ ਬੜਾ ਰੱਖਤਾ। ਹਾਂਜੀ, ਹੈ ਤਾਂ ਦੋਨੋਂ ਆਕਾਸ਼ ਇੱਕੋ ਹੀ। ਹੁਣ ਘੱਟ ਮਠ ਦੀ ਏਕਤਾ ਕਰਨੀ ਤੇ ਇਹਨਾਂ ਨੂੰ ਬਾਅਦ ਕਰਕੇ ਮਿੱਥਿਆ ਕਰਕੇ ਦੋਨੋਂ ਇੱਕ ਨੇ। तुम्हारी जैसे कि ਘਟ ਆਕਾਸ਼ ਤੇ ਮਠ ਆਕਾਸ਼ ਜਿਹੜੇ ਨੇ ਮੁੱਖ ਸਮਾਨ ਅਧਿਕਰਨ, ਉਹ ਘਟ ਔਰ ਮਠ ਜਿਹੜਾ ਇਹਨਾਂ ਨੂੰ ਬਾਅਦ ਕਰਕੇ ਸਮਾਨ ਅਧਿਕਰਨ ਹੈ, ਕਿਉਂਕਿ ਦੋਨੋਂ ਕਲਪਿਤ ਨੇ ਅਧਿਸ਼ਠਾਨ ਦੇ ਵਿੱਚ। ਕਰਕੇ ਮੁੱਖ ਸਮਾਨ ਅਧਿਕਰਨ ਤੇ ਬਾਅਦ ਸਮਾਨ ਅਧਿਕਰਨ। तो महाराज जी बाद में बाद मतलब मिथ्या करके। नहीं, हाँ जी, नहीं बाद में मतलब मैं पूछ रही उसके बाद मतलब जैसे ईश्वर का नहीं, जीव का साक्षी कुटस्थ और ईश्वर का साक्षी ब्रह्म। साक्षी ਦਾ ਨਾਂ ਇਹਨਾਂ ਨੇ ਸ਼ਾਸਤਰਾਂ ਨੇ ਕੁਟਸਥ कुटस्थ रखे। हाँ जी महाराज जी, ਈਸ਼ਵਰ ਸਾक्षी ਦਾ ਬ੍ਰਹਮ ਰੱਖਿਆ। ब्रह्म रखे। तो महाराज जी इनका बाद करके ਮੁੱਖ ਸਮਾਨ ਅਧਿਕਰਨ। फिर इनका बाद नहीं होगा, मतलब ईश्वर साक्षी कुटस्थ कर ब्रह्म का बाद नहीं होगा। कुटस्थ और ब्रह्म का बाद क्यों ना हो, तो मुख्य समान। वो तो मुख्य समान अधिकरण है। अधिष्ठान है ही। बाद करना है हमने उपाधियां दा, जीव और ईश्वर की उपाधि का वाद करना है। ਉਹਨੂੰ ਬਾਦ ਕਰਕੇ ਦੋਨੋਂ ਇੱਕ ਨੇ, दोनों एक ਹੈ ਇੱਕੋ, ਏਕਤਾ ਕਰਨੀ ਨਾ, ਇੱਕ ਓੰਕਾਰ ਜੋ ਕਰਨਾ। जी। ਹੁਣ ਨੀਲਮ ਬੈਠੀ ਇੱਧਰ, ਇਹ ਬੈਠਾ ਇੱਧਰ, ਮੈਂ ਬੈਠਾ। ਹੁਣ ਸਾਡਾ ਜੋ ਅਧਿਸ਼ਠਾਨ ਹੈ ਤਾਂ ਇੱਕੋ ਹੀ ਹੈ, ਮਿੱਟੀ। जी। ਹੁਣ ਇਹ ਰੂਪ ਦੇਖਾਂਗੇ ਤਾਂ ਸਾਰਿਆਂ ਦਾ ਅਲੱਗ-ਅਲੱਗ ਹੈ, ਅਲੱਗ-ਅਲੱਗ ਬੁੱਧੀ, ਅਲੱਗ-ਅਲੱਗ ਹਿਸਾਬ ਕਿਤਾਬ ਚੱਲ ਰਿਹਾ, सारी क्रिया अलग। ਕਿਰਿਆ ਅਲੱਗ-ਅਲੱਗ ਚੱਲਦੀ ਹੈ। ਲੇਕਿਨ ਜੇ ਇਹਨਾਂ ਨੂੰ ਅਸੀਂ ਇੱਕ ਕਰਨਾ ਹੈ ਤੇ ਸਾਰੇ ਇੱਕੋ ਮਿੱਟੀ ਦੇ ਬਣੇ ਨੇ, ਇਸ ਕਰਕੇ ਸਾਰੇ ਇੱਕੋ ਹੀ। ਮਿੱਟੀ ਦੀ ਦ੍ਰਿਸ਼ਟੀ ਅਗਰ ਰੱਖੀਏ ਤੇ ਕੌਣ ਮੇਰਾ ਕੌਣ ਤੇਰਾ, ਕਿਹਦੇ ਨਾਲ ਰਾਗ ਕਿਹਦੇ ਨਾਲ ਦਵੇਸ਼। ਜੇ ਮਿੱਟੀ ਹੈ ਤੇ ਮੇਰਾ ਫਲਾਣਾ, ਤੇਰਾ ਉਹ, ਮੇਰਾ ਉਹ, ਹੈ ਤਾਂ ਮਿੱਟੀ। ਉਹ ਮੇਰੀ ਤੇਰੀ ਮਿੱਟੀ ਦੇ ਬਣਾ ਕੇ ਬੈਠ ਜਾਈਏ ਤੇ ਉਹਦੇ ਚ ਸੁਖ ਦੁਖੀ ਹੋਈ ਜਾਈਏ। फिर भी जब तक बने है तो व्यवहार चलाओ, जो मर्यादित ब्रह्मा व्यवहार जी, मिट्टी दृष्टि तो कोई लाखों करोड़ों में एक ही होती होगी ना, सबकी तो कितना बना मुश्किल लो। है। ਲੱਖਾਂ ਕਰੋੜ ਹੈ, ਤੈਨੂੰ ਕੀ ਕਹਿੰਦੇ ਦਿਖ ਨਹੀਂ ਰਹੀ ਮਿੱਟੀ ਦੇ ਬਣੇ। मुझे दिखना और उसको प्रैक्टिकल में उतारना ਤਾਂ ਹੀ वो बात ਸੰਨਿਆਸ अलग ਨੂੰ होती ਮੁੱਖ है ना। ਰੱਖਦੇ ਨੇ ਨਾ, ਤਾਂ ਹੀ ਮੁੱਖ ਤਾਂ ਇਹ ਪਹਿਲਾਂ ਸੰਨਿਆਸ ਨੂੰ ਦਿੰਦੇ ਨੇ। ਇਹਦੇ ਚ ਸੰਨਿਆਸ ਆ ਗਿਆ, ਉਹਦੇ ਲਈ ਸੋਨਾ ਪੈਸਾ ਮਿੱਟੀ ਇੱਕ ਬਰਾਬਰ ਹੋ ਜਾਂਦੀ। ਉਹਨੇ ਕੀ ਕਰਨਾ ਸੋਨਾ ਮਿੱਟੀ, ਉਹ ਤਾਂ ਰੋਟੀ ਖਾਣ ਨੂੰ ਚਾਹੀਦੀ, ਪੇਟ ਪਾਲਣ ਨੂੰ, ਬਾਕੀ ਉਹਨੇ ਸਿਰ ਮਾਰਨਾ ਸੋਨਾ ਮਿੱਟੀ। ਇਹ ਤਾਂ ਜਿਹੜੇ ਗ੍ਰਸਤ ਚਲਾਉਣਾ ਉਹਨਾਂ ਨੂੰ ਸੋਨਾ ਔਰ ਪੈਸਾ ਇਹ ਉਹ ਇਹਨਾਂ ਦੀ ਕੀਮਤ ਦਿਖਦੀ ਹੈ, ਵੈਲਿਊ ਦਿਖਦੀ ਹੈ। ਸੰਨਿਆਸੀ ਵਾਸਤੇ ਕੀ ਵੈਲਿਊ ਇਹਨਾਂ ਦੀ? ਕੁਛ ਵੀ ਨਹੀਂ, ਜ਼ੀਰੋ।
ਹੁਣ ਜਿੱਥੇ ਮਰਜ਼ੀ ਭਿਕਸ਼ਾ ਮੰਗ ਲਓ, ਨਹੀਂ ਤਾਂ ਪੱਤੇ ਤੋੜ ਕੇ ਖਾ ਲਓ, ਹੁਣ ਤਾਂ ਪੇਟ ਪਾਲਣ ਕਰਨਾ ਪੈ ਜਾਂਦਾ ਹੈ ਗੱਲ ਕਰ। ਇਸ ਕਰਕੇ ਉਹਨਾਂ ਨੇ ਅਧਿਕਾਰੀ ਕਿੱਧਰ ਲਗਾਇਆ, ਪਹਿਲਾਂ ਸੰਨਿਆਸ ਤੋਂ ਕੰਮ ਸ਼ੁਰੂ ਕੀਤਾ ਸੀ ਉਹਦੇ 'ਚ। ਮੁੱਖਤਾ ਸੰਨਿਆਸ ਨੂੰ ਦਿੱਤੀ ਸੀ। ਕੋਈ ਚੱਕਰ ਨਹੀਂ ਜੀ महाराज। भी की है ना, सख्त होकर चली जाओ, बस काम करिए। ब्रह्मसूत्र ना देखन दे, औखी कड़ी ना देखन दे, हाथ दे राखे अपने को, सास सास व्रत पाले, सास सास व्रत पाले, हाथ दे राखे अपने को, सास सास व्रत पाले, सास सास व्रत पाले। बोलिए श्री सतगुरुदेव महाराज की जय।